परमेश्वर जी के हुक्म नूं संसार दे विच लागू करन लई आए धन गुरु नानक पातशाह जी दे अगे सिर झुकाउंदिआं गुरु फतेह दी सांझ पाईए। वाहिगुरू जी का खालसा, वाहिगुरू जी की फतेह। असीं देखते जा रहे हैं अकाली जोत गुरु नानक पातशाह वो इस धरती के उत्ते अपने जीवन के सारे वरतारियां दे विचों वड्डे छोटे दे दिल दिमाग उत्ते खुदाई प्यार दियां कुछ तरबां छेड़ रहे हैं। समझ रखण वाले उन्हां दी जिंदगी विचों बहुत वड्डियां उम्मीदां ला के बैठे ने। उन्हां दी जदों असीं जिंदगी दी कहानी नूं कलमां द्वारा लिखण वालियां द्वारा भी देखते हाँ तो उन्होंने वख-वख पक्षां तो धन धन गुरु नानक सच्चे पातशाह जी की बात पाई। कोई धन गुरु नानक पातशाह जी ने मस्ती का नवाजी कह के अपनी अकीदत पेश करता है, कोई धन गुरु नानक पातशाह जी नूं क्रांतिकारी आख के उन्हां दे जिंदगी दी विथया नूं उस लहजे दे विच साढ़े सारियां नाल सांझियां करता है। वैसे गुरु नानक जी नूं असीं संसार की जिन्नी भी अकल है इन सारियां नूं इकट्ठियां कर लईए तो शायद असीं गुरु नानक सच्चे पातशाह दे जीवन नूं बहुत राई मात्र भी समझ नहीं सकांगे। जिवें साड़ियां सारियां दी अखां रल के भी सूरज की ताब नूं नहीं सहार सकदियां जां सूरज दे तेज नूं असीं अखां दे अनुभव राहीं समाज ते संसार तक हकीकी रूप विच नहीं भेज सकते। इस तरह ही गुरु नानक सच्चे पातशाह जी की महान शख्सियत नूं असीं बुद्धि दे तल दे उत्ते भागां वालिओ वख-वख नज़री रख के अपनी अपनी पहुँच अपनी अपनी समर्था राहीं कहण दा नमाणा जिहा यतन ते करदे आ रहे हाँ, पर ओढ़क तक जाना साढ़े सारियां दे वस विच नहीं है। हुण अज सुल्तानपुर लोधी की धरती उत्ते धन गुरु नानक पातशाह जी अपनी भैन जी दे घर तो अज दौलत खान लोधी दे उस खजाने नूं अनाज भंडार नूं जिन्हों मोदी खाना आख्या गया है उत्थे एक मुलाजमत उत्थे एक नौकरी करन दे लई चाकरी करन दे लई उस पासे नूं चल रहे। उन्होंने अज जाके अपनी जिम्मेवारी नूं संभालिया। ये दिन गुरु नानक सच्चे पातशाह की जिंदगी का भी एक नवेकला जिहा दिन है। इस जिम्मेवारी नूं संभालण दे नाल उन्हां दे भैन जी बेबे नानकी जी, उन्हां दे जीजा जी भाईया जय राम जी,
ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ, ਉਹਨਾਂ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ, ਉਹਨਾਂ ਸਾਰਿਆਂ ਦੇ ਲਈ ਜਿਹੜਾ ਅੱਜ ਦਾ ਦਿਨ ਹੈ ਇੱਕ ਬਹੁਤ ਉਮੀਦ ਸਾਰਿਆਂ ਦੇ ਅੰਦਰ ਸਿਰਜਦਾ ਹੈ ਕਿ ਲੰਮੇ ਸਮੇਂ ਦੀ ਤਮੰਨਾ ਹੈ ਕਿ ਨਾਨਕ ਜੀ ਕਿਸੇ ਕਿਰਤ ਵਿੱਚ ਲੱਗ ਜਾਣ, ਕਿਸੇ ਕਾਰ ਵਿੱਚ ਲੱਗ ਜਾਣ, ਕਿਸੇ ਕੰਮ ਦੀ ਜ਼ਿੰਮੇਵਾਰੀ ਨੂੰ ਸੰਭਾਲ ਕੇ ਆਉਣ ਵਾਲੇ ਕੱਲ੍ਹ ਦੇ ਸੁਚੱਜੇ ਗ੍ਰਸਤੀ ਦੇ ਲਈ ਆਪਣੇ ਆਪੇ ਨੂੰ ਉਸ ਤਰ੍ਹਾਂ ਦਾ ਯੋਗ ਬਣਾ ਸਕਣ। ਅੱਜ ਜਾ ਕੇ ਸੱਚੇ ਪਾਤਸ਼ਾਹ ਜੀ ਭਾਗਾਂ ਵਾਲਿਓ ਬੈਠ ਗਏ ਨੇ। ਮਾਪਿਆਂ ਨੇ ਆਪਣੇ ਢੰਗ ਨਾਲ ਆਪਣੇ ਆਪੇ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ, ਪਰ ਗੁਰੂ ਨਾਨਕ ਜੀ ਇੱਥੇ ਕੀ ਨੌਕਰੀ ਕਰਨ ਵਾਸਤੇ ਆਏ ਨੇ? ਗੁਰੂ ਨਾਨਕ ਜੀ ਦਾ ਮਕਸਦ ਕੋਈ ਆਮ ਵਿਅਕਤੀਆਂ ਵਾਲੀ ਜ਼ਿੰਦਗੀ ਦੇ ਤੌਰ 'ਤੇ ਆਪਣੇ ਆਪੇ ਨੂੰ ਪੇਸ਼ ਕਰਕੇ ਇੱਕ ਸਧਾਰਨ ਗ੍ਰਸਤੀ ਦੀ ਨਿਆਈ ਧਨ ਸੰਪਦਾ ਦੀਆਂ ਲੋੜਾਂ 'ਤੇ ਥੋੜ੍ਹਾ ਪੂਰੀਆਂ ਕਰਨੀਆਂ ਨੇ। ਸਾਨੂੰ ਬੜੇ, ਕਿਉਂਕਿ ਅਸੀਂ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰ ਰਹੇ ਅਤੇ ਸਾਨੂੰ ਥੋੜ੍ਹਾ ਜਿਹਾ ਆਪਣੇ ਅੰਦਰ ਸਵਾਲਾਂ ਨੂੰ ਖੜਾ ਕਰਨ ਦੀ ਜ਼ਰੂਰਤ ਹੈ। ਕਹਾਣੀ ਤਾਂ 2 ਮਿੰਟਾਂ 'ਚ ਮੁੱਕ ਜਾਂਦੀ ਹੈ, ਪਰ ਕਹਾਣੀ ਦਾ ਜੋ ਤਤਪਰਜ ਹੈ, ਕਹਾਣੀ ਦਾ ਜੋ ਸਾਡੇ ਨਾਲ ਸੰਬੰਧ ਹੈ, ਪਰਿਵਾਰ ਨਾਲ ਸੰਬੰਧ ਹੈ, ਉਹ ਵੱਖਰੀ ਕਿਸਮ ਦਾ ਹੈ। ਗੁਰੂ ਨਾਨਕ ਜੀ ਦਾ ਮੋਦੀ ਖਾਨੇ 'ਤੇ ਜਾ ਬਹਿਣਾ ਭਾਗਾਂ ਵਾਲਿਓ ਇਸ ਤਰ੍ਹਾਂ ਜਾਪਦਾ ਹੈ ਕਿ ਨੌਕਰੀ ਕਰਨ ਦੀ ਤੱਕ ਉੱਥੇ ਉਹਨਾਂ ਦੇ ਅੰਦਰ ਕੋਈ ਸੰਮਤੀ ਨਹੀਂ ਹੈ। ਉਹਨਾਂ ਦੀਆਂ ਰਮਜ਼ਾਂ ਨੇ ਉਹ ਤਾਂ ਉਹੀ ਜਾਣਦੇ ਨੇ, ਪਰ ਜੋ ਇਤਿਹਾਸ ਨੂੰ ਪੜ੍ਹ ਕੇ, ਸਾਖੀਆਂ ਨੂੰ ਪੜ੍ਹ ਕੇ ਥੋੜ੍ਹੀ ਬਾਲੀ ਆਪਾਂ ਰਲ ਮਿਲ ਕੇ ਟੋਹ ਲਾ ਸਕਦੇ ਹਾਂ ਜਾਂ ਸਮਝ ਬਣਾ ਸਕਦੇ ਹਾਂ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਜੋ ਕਿਰਤ ਖੇਤਰ ਹੈ, ਇਹਨੂੰ ਸਮਾਜ ਦੇ ਅੰਦਰ ਸੰਬੰਧਾਂ ਦੇ ਵੱਡਿਆਂ ਕਰਨ ਦੀ ਇੱਕ ਜੁਗਤ ਵਜੋਂ, ਸਮੇਂ ਦੇ ਜਿਹੜੇ ਵੱਡੇ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਵਿੱਚ ਪੈ ਚੁੱਕੀਆਂ ਰੁਕਾਵਟਾਂ ਨੂੰ, ਆ ਚੁੱਕੀਆਂ ਗਿਰਾਵਟਾਂ ਨੂੰ ਦੂਰ ਕਰਨ ਦੇ ਲਹਿਜੇ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਸੱਚੇ ਅਤੇ ਸੁੱਚੇ ਕਿਰਤੀ ਦੇ ਸੁਨੇਹੇ ਨੂੰ ਵੰਡਣ ਵਾਲੇ ਖਿਆਲਾਤ ਨੂੰ ਲੈ ਕੇ ਇੱਥੇ ਆ ਕੇ ਮੋਦੀ ਖਾਨੇ ਦੀ ਕਾਰ ਸੰਭਾਲਦੇ ਨੇ। ਇਹ ਕੰਮ ਭਾਗਾਂ ਵਾਲਿਓ ਛੋਟਾ ਜਿਹਾ ਕੰਮ ਨਹੀਂ ਹੈ, ਪੂਰੀ ਰਿਆਸਤ ਦਾ ਮੋਦੀ ਖਾਨਾ ਹੈ। ਉਹ ਸਦੀ ਦੇ ਅੰਦਰ ਜਿਹੜਾ ਦੇਣ ਲੈਣ ਹੈ ਜਿਨਸੀ ਹੈ, ਫਸਲਾਂ ਨਾਲ ਜੁੜਿਆ ਹੋਇਆ, ਪੈਸੇ ਦੇ ਨਾਲ, ਨਗਦ ਪੈਸੇ ਨਾਲ ਵਿਹਾਰ ਨਹੀਂ ਚੱਲ ਰਿਹਾ, ਜਿਨਸ ਦੇ ਨਾਲ ਜਿਨਸ ਦਾ ਤਬਾਦਲਾ ਜਾਂ ਜਿਨਸ ਦੁਆਰਾ ਜਿਨਸ ਲੈਣ ਦੀ ਗੱਲ ਉਸ ਯੁੱਗ ਦੇ ਅੰਦਰ ਪ੍ਰਚਲਿਤ ਹੈ। ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਾਰੇ ਆਪਾਂ ਬਹੁਤ ਕੁਝ ਜਾਣਦੇ ਹਾਂ। ਇਹ ਗੱਲ ਜਿਹੜਾ ਸਾਖੀ ਦਾ ਕਰਤਾ ਲਿਖਦਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਥੇ ਜਿਹੜਾ ਜ਼ਿੰਦਗੀ ਦਾ ਸਮਾਂ ਬੰਦ ਕੀਤਾ ਹੈ ਨਾ, ਸਮੇਂ ਦੀ ਵੰਡ ਕੀਤੀ ਹੈ, ਉਹ ਬੜੀ ਖੂਬਸੂਰਤ ਹੈ। ਪਿਛਲ ਰਾਤ ਜਾਗਣਾ ਤੇ ਪਿਛਲ ਰਾਤ ਜਾ ਕੇ ਇਸ਼ਨਾਨ ਕਰਨਾ, ਆਪਣੇ ਆਪ ਨੂੰ ਖੁਦਾ ਦੀ ਯਾਦ ਵਿੱਚ, ਪਰਮਾਤਮਾ ਦੀ ਯਾਦ ਵਿੱਚ ਇਕਾਂਤ ਵਿੱਚ ਜਾ ਕੇ ਬਹਿ ਜਾਣਾ,
ਉਸ ਤੋਂ ਇਲਾਵਾ ਕਿਰਤ ਕਰਦਿਆਂ ਦਿਨ ਭਰ ਵੀ ਆਪਣੇ ਆਪੇ ਨੂੰ ਖੁਦਾ ਨਾਲ, ਵਾਹਿਗੁਰੂ ਨਾਲ ਜੋੜੀ ਰੱਖਣਾ, ਆਪਣੀ ਕਿਰਤ ਦੇ ਵਰਤਾਰੇ ਵਿੱਚੋਂ ਵੀ ਕਰਤੇ ਨੂੰ ਨਾ ਭੁੱਲਣ ਦੇਣਾ, ਲੋਕਾਂ ਦੇ ਨਾਲ ਜਿਹੜਾ ਬੋਲ ਵਿਹਾਰ ਹੈ ਉਹਨਾਂ ਵਿੱਚ ਅਤ ਦਾ ਸ਼ਲੀਕਾ, ਅਤ ਦੀ ਨਿਮਰਤਾ, ਅਤ ਦੀ ਮਿਠਾਸ ਅਤੇ ਲੋਕਾਂ ਦੇ ਪ੍ਰਤੀ ਅਤ ਦੀ ਜਿਹੜੀ ਉਹਨਾਂ ਦੇ ਅੰਦਰ ਸੁਹਿਰਦਤਾ ਹੈ ਉਹ ਇੱਥੇ ਡੁੱਲ ਡੁੱਲ ਕੇ ਪੈਂਦੀ। ਭਾਗਾਂ ਵਾਲਿਓ, ਉਹਨਾਂ ਦਾ ਜਿਹੜਾ ਚਿਹਰਾ ਹੈ ਨੂਰਾਨੀ, ਡਹਿਕਦਾ, ਚਮਕਦਾ, ਮੱਥੇ ਦਾ ਆਪਣਾ ਪ੍ਰਭਾਵ ਹੈ, ਨੈਣਾਂ ਦਾ ਆਪਣਾ ਪ੍ਰਭਾਵ ਹੈ, ਪੂਰੇ ਚਿਹਰੇ ਦਾ ਆਪਣਾ ਪ੍ਰਭਾਵ ਹੈ, ਉਹਨਾਂ ਦੇ ਬੋਲਾਂ ਦਾ ਆਪਣਾ ਪ੍ਰਭਾਵ ਹੈ। ਭਾਵ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਜੋ ਸ਼ਖਸੀਅਤ ਹੈ ਇਹ ਉਸ ਇਲਾਕੇ ਦੇ ਲਈ ਬਹੁਤ ਖਿੱਚ ਪੈਦਾ ਕਰਨ ਵਾਲੀ ਸ਼ਖਸੀਅਤ ਹੈ। ਉਹ ਅੰਦਰ ਵੜਦੇ ਨੇ ਬੋਲਾਂ ਰਾਹੀਂ। ਉਹਨਾਂ ਦਾ ਆਪਣੇ ਇਸ ਮੋਦੀ ਖਾਨੇ ਦੇ ਅੰਦਰ ਜੋ ਸਹਿਯੋਗੀ ਨੇ, ਕਾਰਗਾਰ ਨੇ, ਉਹਨਾਂ ਨਾਲ ਜੋ ਵਿਹਾਰ ਹੈ ਉਹ ਬੜਾ ਅਦਬ ਭਰੇ। ਮੁਖੀ ਤੇ ਗੁਰੂ ਨਾਨਕ ਜੀ ਨੇ, ਪਰ ਏਡਾ ਵੱਡਾ ਮੋਦੀ ਖਾਨਾ ਚਲਾਉਣ ਲਈ ਉਹਨਾਂ ਦੇ ਨਾਲ ਕਿੰਨੇ ਸਹਿਯੋਗੀ ਹੋਣਗੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਜਿੰਨੇ ਵੀ ਹੋਣਗੇ ਉਹਨਾਂ ਨਾਲ ਗੁਰੂ ਨਾਨਕ ਸੱਚੇ ਪਿਤਾ ਜੀ ਦਾ ਜੋ ਸ਼ਲੀਕਾ ਹੈ, ਜੋ ਵਿਹਾਰ ਹੈ, ਉਹ ਭਾਗਾਂ ਵਾਲਿਓ ਅਤ ਮਾਣ ਕਰਨ ਯੋਗ ਹੈ। ਅੱਗੇ ਚੱਲ ਕੇ ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਨਾਨਕ ਜੀ ਮੋਦੀ ਦੇ ਤੌਰ 'ਤੇ ਹੁਣ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਜਾਣ ਪਛਾਣ ਜਿਹੜੀ ਹੈ ਵੱਧ ਰਹੀ ਹੈ ਅਤੇ ਅੱਗੇ ਮੋਦੀ ਖਾਨੇ ਦੇ ਤੌਰ 'ਤੇ ਗੁਰੂ ਨਾਨਕ ਜੀ ਦਾ ਜੋ ਪ੍ਰਭਾਵ ਸਮਾਜ 'ਤੇ ਪੈਂਦਾ ਹੈ, ਇੱਥੋਂ ਦੇ ਰਾਜਨੀਤਿਕ ਮੁਖੀ 'ਤੇ ਪੈਂਦਾ ਹੈ, ਉਹ ਆਪਾਂ ਨਾਲ ਨਾਲ ਦੇਖਣ ਦਾ ਯਤਨ ਕਰਾਂਗੇ। ਧੰਨਵਾਦ। ਭੁੱਲਾਂ ਦੀ ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।